ਬਿਸਮਿल्लाहिर्रहमानिर्रहीम ਤੇ अस्सलाम वालेकुम। 12 ਫਰਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ। ਖਬਰਾਂ ਤੇ ਤੁਹਾਨੂੰ ਖਬਰਨਾਮੇ ਤੋਂ ਵੀ ਲੱਭ ਜਾਂਦੀਆਂ ਨੇ, ਪਰ ਅਸੀਂ ਜਿਹੜਾ ਚਾਨਣ ਪਾਉਂਦੇ ਹਾਂ ਉਹ ਸਾਡੇ ਵਾਲੇ ਪਾਸੇ ਦਾ ਹੁੰਦਾ, ਮਤਲਬ ਕਿ ਜੋ ਸਾਡੀ ਅਕਲ 'ਚ ਆਉਂਦੀ ਹੈ ਗੱਲ, ਤੇ ਮੇਰਾ ਖਿਆਲ ਹੈ ਉਹਦੇ ਨਾਲ ਤੁਹਾਨੂੰ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਨਿਖਰ ਕੇ ਸਮਝ ਆਉਂਦੀਆਂ ਹੋਣਗੀਆਂ। ਵਰਨਾ ਖਬਰਾਂ ਤੇ ਕਈ ਵਾਰੀ ਜਿਹੜੀਆਂ ਖਬਰਾਂ ਜ਼ਹਿਰੀਲੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਖੰਡ ਲਾ ਕੇ ਤੇ ਉਹਨਾਂ ਨੂੰ ਬੜੀਆਂ ਮਿੱਠੀਆਂ ਤੇ ਖੂਬਸੂਰਤ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ। ਪਹਿਲੀ ਖਬਰ ਜਿਹੜੀ ਹੈ ਉਹ ਪੰਜਾਬ ਤੋਂ ਹੈ। ਤੁਸੀਂ ਵੇਖਿਆ ਹੋਣਾ ਹੈ ਕਿ ਜਿਹੜੇ ਬਾਕੀ ਤਮਾਮ ਹਾਈ ਕੋਰਟਸ ਨੇ, ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਤੇ ਦੂਜੇ ਤਿੰਨੋਂ ਸੂਬੇ, ਉਹਨਾਂ ਦੇ ਜਿਹੜੇ ਹਾਈ ਕੋਰਟਸ ਦੇ ਚੀਫ ਜਸਟਿਸ ਨੇ ਉਹਨਾਂ ਨੂੰ ਚੁੱਕ ਕੇ ਤੇ ਸੁਪਰੀਮ ਕੋਰਟ ਲੈ ਗਏ। ਲੇਕਿਨ ਜਿਹੜੀ ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਸਾਹਿਬਾ ਜਸਟਿਸ ਆਲੀਆ ਨੀਲਮ ਸਾਹਿਬਾ ਨੇ ਉਹਨਾਂ ਨੂੰ ਨਹੀਂ ਲੈ ਗਏ। ਹੁਣ ਖਬਰ ਤੁਹਾਨੂੰ ਉੱਤੋਂ ਵੇਖ ਕੇ ਤੇ ਇੰਜੀ ਲੱਗਦੀ ਹੋਏਗੀ ਕਿ ਉਹਨਾਂ ਨੇ ਜ਼ਿਆਦਤੀ ਕੀਤੀ ਹੈ, ਉਹਨਾਂ ਦੀ ਬਣਦੀ ਨਹੀਂ ਹੋਏਗੀ ਚੌਧਰੀ ਨਾਲ, ਵਰਨਾ ਉਹਨਾਂ ਦੀ ਵੀ ਤਰੱਕੀ ਕਰ ਦਿੰਦੇ। ਨਹੀਂ, ਇੰਜ ਨਹੀਂ ਹੈ, ਇੰਜ ਨਹੀਂ ਹੈ। ਪਸੰਦ ਸਾਡੀ, ਖਰਚਾ ਸੱਜਣਾ ਦਾ। ਗੱਲ ਉਹ ਹੈ, ਗੱਲ ਇਹ ਹੈ ਕਿ ਜਿਹੜੀ ਜਸਟਿਸ ਆਲੀਆ ਨੀਲਮ ਸਾਹਿਬਾ ਨੇ ਉਹਨਾਂ ਦੇ ਬਾਰੇ ਮਰੀਮ ਨਵਾਜ਼ ਸਾਹਿਬਾ ਦੀ ਇਹ ਬਹੁਤ ਹੀ ਜ਼ਿਆਦਾ ਡਿਜ਼ਾਇਰ ਹੈ ਔਰ ਬੜੀ ਉਹਨਾਂ ਦੀ ਸਖਤ ਡਿਮਾਂਡ ਹੈ ਕਿ ਉਹਨਾਂ ਨੂੰ ਹਰ ਸੂਰਤ ਜਿਹੜਾ ਉਹ ਰੱਖਣਾ ਹੈ ਲਾਹੌਰ ਦੇ ਵਿੱਚ। ਉਹ ਚੀਫ ਜਸਟਿਸ ਲਾਹੌਰ ਹੀ ਰਹਿਣਗੇ, ਉਹਨਾਂ ਨੂੰ ਇੱਥੋਂ ਨਹੀਂ ਘੱਲਣਾ। ਔਰ ਇਹਦੇ 'ਤੇ ਕਾਫੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ ਕਿਹਾ ਨਹੀਂ, ਮੈਨੂੰ ਪਸੰਦ ਹੀ ਬੜੀ ਹੈ। ਪਸੰਦ ਪੰਜਾਬੀ 'ਚ ਪਸੰਦ ਨੂੰ ਆਖ ਦਿੰਦੇ ਨੇ, ਤੇ ਉਹਨਾਂ ਨੇ ਆਖਿਆ ਕਿ ਮੈਨੂੰ ਪਸੰਦ ਹੀ ਬੜੀ ਹੈ ਜਸਟਿਸ ਆਲੀਆ ਨੀਲਮ ਸਾਹਿਬਾ, ਤੇ ਜਦੋਂ ਤੱਕ ਮੈਂ ਚੀਫ ਮਿਨਿਸਟਰ ਹੈ ਜਾਂ ਅਜੇ ਕਮ ਅਜ਼ ਕਮ ਸਾਲ ਹੋਰ ਮੇਰਾ ਕਢਾਓ, ਮੈਨੂੰ ਇਹੀ ਹੋਈ ਚੀਫ ਜਸਟਿਸ ਚਾਹੀਦੀ ਹੈ। ਬਹਰਹਾਲ ਕਾਫੀ ਇਹਦੇ ਉੱਤੇ, ਕਿਉਂਕਿ ਜਿਹੜੇ ਜੱਜਿਸ ਨੇ ਉੱਤੇ ਬੈਠੇ ਹੋਏ ਉਹ ਚਾਹੁੰਦੇ ਸਨ ਜਸਟਿਸ ਆਲੀਆ ਨੀਲਮ ਸਾਹਿਬਾ ਨੂੰ ਉੱਤੇ ਲੈ ਕੇ ਜਾਣ ਦਾ, ਲੇਕਿਨ ਇਹਦੇ 'ਤੇ ਬੜਾ ਫੱਡਾ ਪਿਆ ਜਨਾਬ। ਤੇ ਫੱਡਾ ਪੈਣ ਤੋਂ ਬਾਅਦ ਇਹ ਕੁर्रा ਜਿਹੜਾ ਉਹ ਜ਼ਾਹਿਰ ਹੈ ਬਾਜੀ ਮਰੀਮ ਦੇ ਹਿੱਸੇ 'ਚ ਹੀ ਨਿਕਲਿਆ। ਅੱਜ ਵੀ ਬਾਜੀ ਮਰੀਮ ਜਿਹੜੀ ਹੈ ਉਹ ਕੋਈ 4 ਵਜੇ ਦੇ ਕਰੀਬ ਖੁਫੀਆ ਮੀਟਿੰਗ 'ਤੇ ਦੁਬਾਰਾ ਰਾਵਲਪਿੰਡੀ ਇਸਲਾਮਾਬਾਦ ਜਾ ਰਹੇ ਨੇ। ਅੱਜ ਵੀ ਉਹਨਾਂ ਨੇ ਖੁਫੀਆ ਮੀਟਿੰਗ ਜਿਹੜੀ ਹੈ ਉਹ ਕੀਤੀ ਹੈ। ਇਹਦਾ ਤਫਸੀਲੀ ਅਹਵਾਲ ਜਿਹੜਾ ਕਰਨੀ ਹੈ, ਕੀਤੀ ਨਹੀਂ ਹੈ, ਕਰਨੀ ਹੈ, ਮੈਂ ਕੀਤੀ ਕਹਿ ਦਿੱਤਾ, ਮਾਜ਼ਰਤ। ਅੱਜ ਸ਼ਾਮੀ ਵੀ ਉਹਨਾਂ ਦੀ ਖੁਫੀਆ ਮੀਟਿੰਗ ਹੋ ਰਹੀ ਹੈ, ਸਾਡੇ ਕੋਲ ਇਤਲਾਹ ਪੜ ਗਈ ਹੈ। ਅੱਜ ਉਹਨਾਂ 4:30 ਵਜੇ ਤਕਰੀਬਨ ਜਿਹੜਾ ਉਹ ਇਸਲਾਮਾਬਾਦ ਉਤਰ ਕੇ ਤੇ ਗਾਇਬ ਹੋ ਜਾਣਾ। ਇਸਲਾਮਾਬਾਦ ਤੇ ਨਹੀਂ, ਉਹ ਪਿੰਡੀ ਉਤਰਦੇ ਨੇ ਜਿੱਥੇ ਉਤਰਦੇ ਨੇ, ਤੇ ਪਿੰਡੀ ਉਤਰ ਕੇ ਤੇ ਉਹਨਾਂ ਨੇ ਉੱਥੋਂ ਗਾਇਬ ਹੋ ਜਾਣਾ। ਔਰ ਖੁਫੀਆ ਮੀਟਿੰਗ ਹੈ, ਹੁਣ ਉਹ ਪਤਾ ਨਹੀਂ ਕਿੱਥੇ ਖੁਫੀਆ ਮੀਟਿੰਗ, ਉਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਸਾਡੇ ਕੋਲ ਤਾਂ ਖਬਰ ਇਹ ਆਈ ਹੈ ਕਿ ਬਾਜੀ ਦੀ ਅੱਜ ਖੁਫੀਆ ਮੀਟਿੰਗ ਹੈ ਤੇ 4-4:30 ਵਜੇ ਬਾਜੀ ਨੇ ਉੱਥੋਂ ਜਾ ਕੇ ਗਾਇਬ ਹੋ ਜਾਣਾ। ਖੈਰ, ਵਾਪਸ ਆਉਣੇ ਜਸਟਿਸ ਆਲੀਆ ਨੀਲਮ ਸਾਹਿਬਾ ਦੇ ਕੋਲ, ਉਹਨਾਂ ਨੂੰ ਬਾਜੀ ਨੇ ਜਿਹੜਾ ਉਹ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਮੈਂ ਇੱਥੋਂ ਨਹੀਂ ਘੱਲਣਾ। ਇਸ ਵਜ੍ਹਾ ਤੋਂ ਹੁਣ ਉਹਨਾਂ ਦਾ ਮਾਮਲਾ ਜਿਹੜਾ ਨਹੀਂ ਗਿਆ। ਪਰ ਅੱਗੋਂ ਜਸਟਿਸ ਆਲੀਆ ਨੀਲਮ ਸਾਹਿਬਾ ਵੀ, ਕਿਉਂਕਿ ਲਾਡਲੀਆਂ ਨੇ, ਅੱਜ ਕੱਲ੍ਹ ਲਾਡਲੀਆਂ ਦਾ ਜ਼ਮਾਨਾ ਚੱਲਣ ਡਿਆ, ਤੇ ਉਹਨਾਂ ਨੇ ਆਖਿਆ ਵੀ ਫਿਰ ਜੇ ਮੈਂ ਨਹੀਂ ਤੇ ਕੋਈ ਵੀ ਨਹੀਂ, ਜੇ ਮੈਂ ਨਹੀਂ ਤੇ ਕੋਈ ਵੀ ਨਹੀਂ। ਇਸ ਪਾਰੋਂ ਹੁਣ ਨਵਾਂ ਅਰੇਂਜਮੈਂਟ ਇਹ ਹੈ ਵੀ ਲਾਹੌਰ ਤੋਂ ਕੋਈ ਜੱਜ ਹੀ ਫਿਲਹਾਲ ਨਹੀਂ ਬਣਾਇਆ, ਉਹ ਮਾਮਲੇ ਨੂੰ ਮੌਖਰ ਕਰ ਦਿੱਤਾ ਹੈ। ਜ਼ਰਾ ਕੰਮ ਵੇਖੋ ਕਿ ਜਿਹੜਾ ਸੂਬੇ, ਮੁਲਕ ਦਾ ਸਭ ਤੋਂ ਵੱਡਾ ਸੂਬਾ ਹੈ, ਉੱਥੋਂ ਦੀ ਜਿਹੜੀ ਸਭ ਤੋਂ ਵੱਡੀ ਹਾਈ ਕੋਰਟ ਹੈ, ਉੱਥੋਂ ਦੇ ਜਿਹੜੇ ਜੱਜ ਨੇ ਉਹਨਾਂ ਦੇ ਵਿੱਚੋਂ ਕੋਈ ਜੱਜ ਜਿਹੜਾ ਉਹ ਸੁਪਰੀਮ ਕੋਰਟ ਨਹੀਂ ਗਿਆ, ਕਿਉਂਕਿ ਜਸਟਿਸ ਆਲੀਆ ਨੀਲਮ ਸਾਹਿਬਾ ਨੂੰ ਨਹੀਂ ਸੀ ਘੱਲਣਾ, ਤੇ ਉਹ ਕੰਮ ਉੱਥੇ ਹੀ ਡੱਕ ਛੱਡਿਆ। ਅਗਲੀ ਖਬਰ ਜਸਟਿਸ ਬਾਬਰ ਸਤਾਰ ਸਾਹਿਬ ਦੀ ਅਦਾਲਤ ਦੀ ਹੈ, ਜਿਹਨੂੰ ਚੌਧਰੀ ਸਾਹਿਬ ਚੱਲਣ ਨਹੀਂ ਦੇਣਾ ਚਾਹੁੰਦੇ। ਉਹਨਾਂ ਦਾ ਵਸ ਚੱਲੇ ਤੇ ਜਸਟਿਸ ਬਾਬਰ ਸਤਾਰ ਸਾਹਿਬ ਨੂੰ ਸਵੇਰੇ ਹੀ ਫਾਰਗ ਕਰ ਦੇਣ। ਬਹਰਹਾਲ ਜਸਟਿਸ ਸਾਹਿਬ ਜਿਹੜੇ ਨੇ ਉਹ ਇਨਸਾਫ ਦੇ ਫੈਸਲੇ ਠੋਕੀ ਆ ਰਹੇ ਨੇ, ਦੇਈ ਆ ਰਹੇ ਨੇ। ਉਹਨਾਂ ਨਵਾਂ ਫੈਸਲਾ ਇਹ ਕੀਤਾ ਹੈ ਕਿ ਤੁਹਾਨੂੰ ਚੇਤੇ ਹੋਏਗਾ ਕਿ ISPR ਸਾਹਿਬ, ਸਾਡੇ ਜਿਹੜੇ ISPR ਸਾਹਿਬ ਨੇ, ਉਹ ਵੀ ਤੁਹਾਨੂੰ ਪਤਾ ਹਰ ਸ਼ੈ 'ਚ ਉਂਗਲ ਪਾਉਂਦੇ ਨੇ। ਉਹਨਾਂ ਉਂਗਲ ਇਹ ਪਾਈ ਸੀ, ਪੈਮਰਾ ਦੇ ਥਰੂ ਲੈਟਰ ਘੱਲਿਆ ਸੀ ਕਿ ਟੈਲੀਵਿਜ਼ਨ 'ਤੇ ਦਫਾਈ ਤਜਜ਼ੀਆ ਨਿਗਾਰ ਐਸਟੈਬਲਿਸ਼ਮੈਂਟ 'ਤੇ, ਮਿਲਟਰੀ ਐਸਟੈਬਲਿਸ਼ਮੈਂਟ 'ਤੇ, ਜਰਨੈਲਾਂ 'ਤੇ, ਦਫਾਈ ਮਾਮਲਾਤ 'ਤੇ। ਅੱਛਾ, ਇੱਕ ਤਾਂ ਹੈ ਨਾ ਦਫਾਈ, ਕੋਈ ਜੰਗ ਛਿੜ ਪਈ, ਕੋਈ ਇੰਨੇ ਮਿਲੀਮੀਟਰ ਜਿਹੜੇ ਬੋਰ ਦੀ ਉਹ ਜਿਹੜੀ ਬੰਦੂਕ ਹੈ ਉਹਨੇ ਫਾਇਰ ਕਰ ਦਿੱਤਾ ਤੇ ਤੋਪ ਨੇ ਕਰ ਦਿੱਤਾ ਤੇ ਤੋਪਖਾਨਾ ਇਸਤੇਮਾਲ ਹੋਇਆ, ਉਹ ਤਾਂ ਚਲੋ ਦਫਾਈ ਮਾਮਲਾਤ ਨੇ ਨਾ, ਉਹਨਾਂ 'ਤੇ ਨਹੀਂ। ਇਹ ਜਿਹੜਾ ਜਨਰਲ ਸਾਹਿਬਾਨ ਦੀ ਜਿਹੜੀ ਸਿਆਸਤ ਦੇ ਵਿੱਚ ਐਂਟਰੀ ਹੈ, ਇਹਦੇ 'ਤੇ ਵੀ ਮਾਮਲਾਤ ਦੇ ਉੱਤੇ ਗੱਲਬਾਤ ਕਰਨ ਵਾਸਤੇ ਉਹਨਾਂ ਆਖਿਆ ਸੀ ਕਿ ਸਾਡੀ ਇਜਾਜ਼ਤ ਤੋਂ ਬਗੈਰ ਦਫਾਈ ਤਜਜ਼ੀਆ ਨਿਗਾਰ ਨਹੀਂ ਆਏਗਾ। ਇਹ ਰੌਲਾ ਕੀ ਸੀ? ਇਹ ਰੌਲਾ ਇਹ ਸੀ ਕਿ ਜਿਹੜੇ ਰਿਟਾਇਰਡ ਚੰਦ ਫੌਜੀ ਅਫਸਰਾਨ ਜਿਹੜੇ ਇਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਹੋ ਗਏ ਸਨ ਔਰ ਤਨਕੀਦ ਕਰਦੇ ਸਨ, ਉਹਨਾਂ ਨੂੰ ਟੈਲੀਵਿਜ਼ਨ ਤੋਂ ਢੱਕਣ ਵਾਸਤੇ ਇਹਨਾਂ ਆਖਿਆ ਵੀ ਜਿਹਨੂੰ ਅਸੀਂ ਕਵਾਂਗੇ ਉਹ ਹੀ ਦਫਾਈ ਤਜਜ਼ੀਆ ਨਿਗਾਰ ਦੇ ਤੌਰ 'ਤੇ ਆਏਗਾ। ਜਿਸ ਤਰ੍ਹਾਂ ਜਨਰਲ ਅਮਜਦ ਸ਼ੋਏਬ ਸਨ, ਉਹ ਆਉਂਦੇ ਤੇ ਦਫਾਈ ਤਜਜ਼ੀਆ ਨਿਗਾਰ ਦੇ ਤਹਿਤ ਹੀ ਸਨ ਨਾ, ਤੇ ਕਰਦੇ ਡਿਸਕਸ ਉਹ ਪੋਲੀਟਿਕਸ ਵੀ ਸਨ। ਉਹਨਾਂ ਨੂੰ ਢੱਕਣ ਵਾਸਤੇ ਕਿ ਉਹ ਆਣ ਹੀ ਨਾ ਟੈਲੀਵਿਜ਼ਨ 'ਤੇ, ਇਹਨਾਂ ਨੇ ਇੱਕ ਨੋਟੀਫਿਕੇਸ਼ਨ ਕਢਵਾ ਲਿਆ
ਕਿ ਜਦੋਂ ਤੱਕ ਅਸੀਂ ਨਾ ਆਖੀਏ ਦਿਫਾਈ ਤਜਜ਼ੀਆ ਨਿਗਾਰ ਜਿਹੜਾ ਉਹ ਕੋਈ ਵੀ ਟੈਲੀਵਿਜ਼ਨ ਤੇ ਨਹੀਂ ਲਿਆਂਦਾ ਜਾਏਗਾ। ਉਹ ਨੋਟੀਫਿਕੇਸ਼ਨ ਪੈਮਰਾ ਨੇ ਕੱਢ ਦਿੱਤਾ। ਪੈਮਰਾ ਨੇ ਜਿਸ ਵੇਲੇ ਉਹ ਨੋਟੀਫਿਕੇਸ਼ਨ ਕੱਢ ਦਿੱਤਾ ਤੇ ਉਹ ਬੰਦ ਕਰ ਦਿੱਤੇ ਸਾਰੇ ਦੋਸਤ ਬਣਾਉਣ। ਉਸ ਨੋਟੀਫਿਕੇਸ਼ਨ ਨੂੰ ਕਰਨਲ ਰਿਟਾਇਰਡ ਇਨਾਮ ਉਰ ਰਹੀਮ ਨੇ ਜਾ ਕੇ ਚੈਲੰਜ ਕਰ ਦਿੱਤਾ। ਉਹਦੇ ਉੱਤੇ ਜਿਹੜੇ ਜਸਟਿਸ ਬਾਬਰ ਸਤਾਰ ਸਾਹਿਬ ਸਨ ਉਹਨਾਂ ਪੇਸ਼ੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉੱਥੇ ਫਿਰ ਸਾਰਿਆਂ ਝੂਠ ਮਾਰਨਾ ਸ਼ੁਰੂ ਕਰ ਦਿੱਤਾ। ਪੈਮਰਾ ਵੀ ਝੂਠ ਮਾਰਿਆ ਤੇ ISPR ਨੇ ਵੀ ਝੂਠ ਮਾਰਿਆ। ਬਹਰਹਾਲ ਉਹ ਵੀ ਬੜੇ ਚੀੜੇ ਨੇ ਜਸਟਿਸ ਬਾਬਰ ਸਤਾਰ ਸਾਹਿਬ, ਉਹ ਵੀ ਲੱਗੇ ਰਹੇ ਤੇ ਉਹਨਾਂ ਵੀ ਵਿਚਲੀ ਗੱਲ ਕੱਢ ਲਈ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ISPR ਦੇ ਕਹਿਣ 'ਤੇ ਹੀ ਸਾਰਾ ਕੁਝ ਹੁੰਦਾ ਰਿਹਾ ਤੇ ਉਹ ਫਿਰ ਵਿੱਚੋਂ ਪੈਮਰਾ ਨੇ ਆ ਕੇ ਦੱਸ ਵੀ ਦਿੱਤਾ ਕਿ ਜੀ ਸਾਨੂੰ ਤਾਂ ISPR ਨੇ ਜ਼ੁਬਾਨੀ ਕਲਾਮੀ ਕਿਹਾ ISPR ਨੋਟੀਫਿਕੇਸ਼ਨ ਕਰ ਦਿਓ ਤੇ ਅਸੀਂ ਕਰ ਦਿੱਤਾ। ਉਹ ਤੇ ਖੈਰ ਉਹਨਾਂ ਦੀ ਝੰਡ ਪਰੇਡ ਬਹੁਤ ਹੋਈ, ਲੇਕਿਨ ਉਸ ਤੋਂ ਬਾਅਦ ਹੁਣ ਜਸਟਿਸ ਬਾਬਰ ਸਤਾਰ ਸਾਹਿਬ ਨੇ ਉਹ ਜਿਹੜਾ ਨੋਟੀਫਿਕੇਸ਼ਨ ਸੀ ਪੈਮਰਾ ਦਾ ਉਹਨੂੰ ਕੈਂਸਲ ਕਰਤਾ, ਮੁਅੱਤਲ ਕਰ ਦਿੱਤਾ ਤੇ ਹੁਣ ਦਿਫਾਈ ਤਜਜ਼ੀਆ ਨਿਗਾਰ ਕਿਸੇ ਨੂੰ ਵੀ TV ਤੇ ਸੱਦਿਆ ਜਾ ਸਕਦਾ। ਉਹ ਅਲੱਗ ਗੱਲ ਹੈ ਵੀ ਹੁਣ ਚੌਰੀ ਦੂਸਰੇ ਪਾਸਿਓਂ ਕੰਮ ਪਾ ਲਏਗਾ। ਪਹਿਲਾਂ ਨੋਟੀਫਿਕੇਸ਼ਨ ਕਰਕੇ ਕੰਮ ਪਾਇਆ ਸੀ, ਉਹਨੂੰ ਟੈਲੀਵਿਜ਼ਨ ਦੇ ਮਾਲਕਾਂ ਨੂੰ ਫੋਨ ਕਰਕੇ ਕਹੇਗਾ ਕਿ ਬਈ ਤਗੜੇ ਹੋ ਜਾਓ, ਅਗਰ ਤੁਹਾਡੇ 'ਚੋਂ ਕਿਸੇ ਨੇ ਸੱਦਿਆ ਨਾ ਤੇ ਤੁਹਾਡੀ ਤਬਾਹੀ ਕਰ ਦਿਆਂਗੇ। ਇਹ ਹੁਣ ਦੇਖਦੇ ਮਾਮਲਾਤ ਕਿਸ ਪਾਸੇ ਨੂੰ ਜਾਂਦੇ ਨੇ, ਲੇਕਿਨ ਫਿਲਹਾਲ ਤੇ ਇਹ ਮਾਮਲਾ ਹੈ ਜੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਇਹ ਹੈ ਕਿ ਤਲਤ ਹੁਸੈਨ ਸਾਹਿਬ ਕਿਤੇ ਲਾਹੌਰ ਗਏ ਨੇ ਤੇ ਤੁਹਾਨੂੰ ਪਤਾ ਹੈ ਕਿ ਵੈਸੇ ਤਾਂ ਬਹੁਤ ਹੀ ਵੱਡੀ ਇਹ ਵੀ ਇੱਕ ਝੂਠ ਹੈ, ਮੈਂ ਹੀ ਕਹਾਂਗਾ, ਜਿਸ ਤਰੀਕੇ ਨਾਲ ਜੁੜੇ ਨੇ ਸਿਸਟਮ ਦੇ ਵਿੱਚ ਤੇ ਇਹ ਵੀ ਫਾਇਦੇ ਫੂਦੇ ਚੁੱਕਣਾ ਚਾਹੁੰਦੇ ਨੇ, ਲੇਕਿਨ ਅਜੇ ਤੱਕ ਮੇਰੇ ਖਿਆਲ ਕੋਈ ਲੱਭੇ ਨਹੀਂ। ਬਹਰਹਾਲ ਤਲਤ ਹੁਸੈਨ ਸਾਹਿਬ ਨੇ ਲਾਹੌਰੋਂ ਆ ਕੇ ਦੱਸਿਆ ਹੈ ਵੀ ਇਹ ਜਿਹੜਾ ਮੌਜੂਦਾ ਨਿਜ਼ਾਮ ਹੈ ਨਾ ਇਹਦੇ ਖਿਲਾਫ ਇੱਕ ਬੜੀ ਸ਼ਦੀਦ ਨਫ਼ਰਤ ਹੈ ਤੇ ਉਹ ਨਫ਼ਰਤ ਘਟਣ ਨਹੀਂ ਰਹੀ। ਇਹਦੇ ਖਿਲਾਫ ਇੱਕ ਸ਼ਦੀਦ ਨਫ਼ਰਤ ਹੈ ਤੇ ਉਹ ਨਫ਼ਰਤ ਘਟਣ ਨਹੀਂ ਰਹੀ ਔਰ ਇਤਲਾਹ ਦੇ ਰਹੇ ਨੇ ਉਹ ਅਸਲ 'ਤੇ ਫੌਜੀ ਜਰਨੈਲਾਂ ਨੂੰ। ਇਹ ਕਿਉਂ ਦੇ ਰਹੇ ਨੇ ਇਤਲਾਹ? ਇਹਦੇ 'ਤੇ ਹੁਣ ਸੋਸ਼ਲ ਮੀਡੀਆ 'ਤੇ ਤਜਜ਼ੀਏ ਨੇ। ਸੋਸ਼ਲ ਮੀਡੀਆ 'ਤੇ ਲੋਕੀ ਗੱਲ ਕਰਦੇ ਨੇ ਵੀ ਇਹਨਾਂ ਦਾ ਪੁੱਤਰ ਇੱਕ ਕ੍ਰਿਕਟ ਖੇਡਦਾ ਹੈ ਤੇ ਖੇਡਦਾ ਐਵੇਂ ਹੀ ਭੈੜੀ ਜੀ ਹੈ ਤੇ ਉਹਨੂੰ ਇਹ ਚਾਹੁੰਦੇ ਨੇ ਕੌਮੀ ਟੀਮ ਦੇ ਵਿੱਚ ਸਿਲੈਕਟ ਕਰਾਉਣਾ। ਹਜੇ ਤੱਕ ਉਹ ਹੋਇਆ ਨਹੀਂ ਤੇ ਇਹਨਾਂ ਪਾਲਿਸ਼ ਬੜੀ ਮਾਰੀ ਹੈ ਮਰੀਮ ਦੀ ਵੀ, ਤੇ ਵੈਸੇ ਹੋ ਜਾਏਗਾ ਜਿੰਨੀ ਇਹ ਪਾਲਿਸ਼ ਮਾਰ ਰਹੇ ਨੇ ਨਾ, ਯਕੀਨ ਕਰੋ ਹੋ ਜਾਏਗਾ। ਅੱਜ ਨਹੀਂ ਤੇ ਕੱਲ੍ਹ ਹੋ ਜਾਏਗਾ, ਵੇਖ ਲੈਣਾ, ਮੇਰੀ ਗੱਲ ਯਾਦ ਰੱਖਣਾ। ਲੇਕਿਨ ਹੁਣ ਸੋਸ਼ਲ ਮੀਡੀਆ 'ਤੇ ਲੋਕੀ ਤਜਜ਼ੀਆ ਕਰਦੇ ਨੇ ਕਈ ਕਿ ਇਹ ਉਹ ਪੁੱਤਰ ਨੂੰ ਰਖਵਾਉਣ ਵਾਸਤੇ ਇਹਨਾਂ ਬੜੀ ਕੋਸ਼ਿਸ਼ ਮਾਰੀ। ਜਿਸ ਵੇਲੇ ਉਹ ਕੋਸ਼ਿਸ਼ ਪੂਰੀ ਨਾ ਹੋਈ ਤੇ ਸੋਸ਼ਲ ਮੀਡੀਆ ਵਾਲੇ ਦੋਸਤਾਂ ਦੇ ਮੁਤਾਬਕ ਫਿਰ ਇਹਨਾਂ ਨੇ ਇਹ ਮਾੜਾ ਚੰਗਾ ਆਖਣਾ ਜਿਹੜਾ ਇਹ ਸ਼ੁਰੂ ਕੀਤਾ। ਇਹਨਾਂ ਨੂੰ ਇਹ ਥੋੜ੍ਹਾ ਜਿਹਾ ਡਰਾਉਣਾ ਡਰੂਣਾ, ਬਾਕੀ ਗੱਲ ਐਸੀ ਕੋਈ ਨਹੀਂ। ਬਾਕੀ ਤੁਹਾਨੂੰ ਪਤਾ ਹੀ ਹੈ ਕੱਲ੍ਹ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਬਜ਼ੁਰਗ ਨੇ ਉਹ ਤਾਂ ਦੱਸ ਗਏ ਨੇ ਸਾਰੀ ਗੱਲ ਹੀ ਕਿ ਮਰੀਮ ਨਵਾਜ਼ ਸਾਹਿਬਾ ਬਹੁਤ ਚੰਗਾ ਕੰਮ ਕਰ ਰਹੀਆਂ ਨੇ, ਉਹ ਲੋਕਾਂ ਦੇ ਦਿਲਾਂ 'ਚ ਉਤਰ ਗਈਆਂ ਨੇ ਔਰ ਲੀਡਰਸ਼ਿਪ ਕੁਆਲਿਟੀਆਂ ਉਹਨਾਂ ਦੀਆਂ ਬੜੀਆਂ ਨੇ ਔਰ ਉਹ ਅਪੋਜੀਸ਼ਨ ਉਹਨਾਂ ਨੂੰ ਡੱਕ ਹੀ ਨਹੀਂ ਸਕਦੀ, ਨਾ ਅਪੋਜੀਸ਼ਨ ਉਹਨਾਂ ਨੂੰ ਡੱਕਦੀ ਹੈ ਤੇ ਉਹ ਗੱਲਾਂ ਉਹ ਆਪਣੀਆਂ ਜਿਹੜੀਆਂ ਨੇ ਉਹ ਦੱਸ ਚੁੱਕੇ ਨੇ। ਅੱਛਾ ਜੀ, ਅੱਗੋਂ ਅਮਰੀਕਾ ਤੋਂ ਖਬਰ ਹੈ। ਅਮਰੀਕਾ 'ਚ ਤੁਹਾਨੂੰ ਚੇਤੇ ਹੈ ਕਿ ਮੋਹਸਨ ਨਕਵੀ ਸਾਹਿਬ ਇੱਕ ਅਮਰੀਕੀ ਜਿਹੜੇ ਕਾਂਗਰਸਮੈਨ ਸਨ ਉਹਨਾਂ ਨੂੰ ਮਿਲ ਕੇ ਆਏ ਸਨ, ਜੋ ਵਿਲਸਨ ਉਹਨਾਂ ਦਾ ਨਾਂ ਸੀ, ਔਰ ਉਹਨਾਂ ਨੂੰ ਮਿਲਣ ਤੋਂ ਬਾਅਦ ਇਹਨਾਂ ਨੇ ਆਖਿਆ ਸੀ ਕਿ ਬਸ ਥੋੜ੍ਹੇ ਹੀ ਦਿਨ ਨੇ, ਤੁਸੀਂ ਵੇਖੋਗੇ ਉੱਥੋਂ ਦਰੁਸਤ ਖਬਰਾਂ ਆਉਣਗੀਆਂ, ਮੁਸਬਤ ਖਬਰਾਂ ਆਉਣਗੀਆਂ। ਇਹ ਮੋਹਸਨ ਨਕਵੀ ਸਾਹਿਬ ਨੇ ਦੱਸਿਆ ਸੀ, ਆ ਗਈਆਂ ਜੇ ਉੱਥੋਂ ਮੁਸਬਤ ਖਬਰਾਂ। ਇੱਕ ਤੇ ਜੋ ਵਿਲਸਨ ਸਾਹਿਬ ਨੂੰ ਮਿਲ ਕੇ ਨਿਕਲੇ ਸਨ ਤੇ 2 ਘੰਟਿਆਂ ਬਾਅਦ ਹੀ ਉਹਨਾਂ ਟਵੀਟ ਕਰ ਛੱਡਿਆ ਸੀ ਫਰੀ ਇਮਰਾਨ ਖਾਨ। ਫਿਰ ਉਹਨਾਂ ਟਵੀਟ ਕੀਤਾ, ਫਿਰ ਉਹਨਾਂ ਟਵੀਟ ਕੀਤਾ, 3 ਤੇ ਟਵੀਟ ਕੀਤੇ। ਉਸ ਤੋਂ ਬਾਅਦ ਉਹਨਾਂ ਇੱਕ ਖਤ ਲਿਖਿਆ ਸ਼ਹਿਬਾਜ਼ ਸ਼ਰੀਫ ਨੂੰ ਕਿ ਇਮਰਾਨ ਖਾਨ ਨੂੰ ਰਿਹਾ ਕਰੋ। ਉੱਥੇ ਹੀ ਕੰਮ ਨਹੀਂ ਮੁੱਕਿਆ, ਹੁਣ ਉਹਨਾਂ ਨਵਾਂ ਖਤ ਲਿਖ ਦਿੱਤਾ ਹੈ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਉੱਥੇ ਇਮਰਾਨ ਖਾਨ ਨਾਲ ਬੜੀ ਜ਼ਿਆਦਤੀ ਹੋਈ ਹੈ ਔਰ ਬਿਲਕੁਲ ਉਂਝ ਹੀ ਹੋਈ ਹੈ ਜਿਵੇਂ ਇੱਥੇ ਟਰੰਪ ਨਾਲ ਹੋਈ ਹੈ ਤੇ ਉਹਨਾਂ ਨੂੰ ਫੌਰੀ ਤੌਰ 'ਤੇ ਰਿਹਾ ਕੀਤਾ ਜਾਣਾ ਚਾਹੀਦਾ। ਹੁਣ ਵੇਖਦੇ ਹੋਰ ਮਜ਼ੀਦ ਮੁਸਬਤ ਨਤੀਜੇ ਕਿੰਨੇ ਕੁ ਆਉਣੇ ਨੇ। ਇਹ ਬਹਰਹਾਲ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਇਹ ਜਦੋਂ ਦੇ ਮਿਲ ਕੇ ਆਏ ਨੇ, ਮੁਸਬਤ ਨਤੀਜੇ ਅਜੇ ਤੱਕ ਇਹਨਾਂ ਦੇ ਰੁਕ ਨਹੀਂ ਰਹੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜ਼ਹੀਮ ਲਗਾਰੀ ਜਿਹਨੇ ਮਰੀਮ ਨਵਾਜ਼ ਸਾਹਿਬਾ ਦੀ ਕਰਪਸ਼ਨ ਦੀ ਖਬਰ ਦਿੱਤੀ ਸੀ, ਉਹਨੂੰ ਹੁਣ ਰਿਹਾ ਕਰ ਦਿੱਤਾ ਗਿਆ ਆਖਿਰਕਾਰ 8 ਦਿਨਾਂ ਬਾਅਦ। ਇਹ ਨਵਾਂ ਹੀ ਕੰਮ ਹੈ। ਪਹਿਲੇ ਹੁੰਦਾ ਸੀ ਖਬਰ ਕਿਸੇ ਨੇ ਗਲਤ